ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਲਾਲਚ ਦੀਆਂ ਸੰਗਲੀਆਂ। ਸੰਸਾਰ ਵਿਚਲੇ ਲਗਭਗ ਹਰੇਕ ਵਿਗਾੜ ਦਾ ਇੱਕ ਕਾਰਨ ਲਾਲਚ ਹੁੰਦਾ ਹੈ। ਅਜੋਕੇ ਸੰਸਾਰ ਵਿੱਚ ਲਾਲਚ ਦਾ ਇੱਕ ਵਿਸ਼ਾਲ ਨਾਟਕ ਚੱਲ ਰਿਹਾ ਹੈ। ਸਾਡੇ ਦੇਸ਼ ਵਿੱਚ ਹਰੇਕ ਧਰਮ ਨੇ ਤਿਆਗ ਕਰਨ ਦਾ ਉਪਦੇਸ਼ ਦਿੱਤਾ ਸੀ ਅਤੇ ਅਸੀਂ ਮਹਾਂਵੀਰ ਅਤੇ ਬੁੱਧ ਵਾਂਗ ਸਭ ਕੁਝ ਤਿਆਗ ਕੇ ਭੋਜਨ ਅਤੇ ਕੱਪੜੇ ਵੀ ਤਿਆਗ ਦਿੱਤੇ ਅਤੇ ਭੁੱਖੇ ਅਤੇ ਨੰਗੇ ਹੋ ਕੇ ਬਹਿ ਗਏ, ਜਿਸ ਕਾਰਨ ਹੁਣ ਸਾਡੇ ਦੇਸ਼ ਵਿੱਚ ਨੰਗ ਢੱਕਣ ਵਾਲੇ ਕੱਪੜੇ ਅਤੇ ਖਾਣ ਪੀਣ ਵਾਲੇ ਪਦਾਰਥ ਤੋਹਫੇ ਬਣ ਗਏ ਹਨ। ਸਾਨੂੰ ਹੁਣ ਸਮਝ ਆਈ ਹੈ ਕਿ ਧਰਮ ਨੇ ਕਿਹਾ ਸੀ ਲਾਲਚ ਨਾ ਕਰੋ, ਲੋਭ ਲਾਲਚ ਤਿਆਗੋ। ਇਹ ਤਾਂ ਨਹੀਂ ਸੀ ਕਿਹਾ ਕਿ ਸਭ ਕੁਝ ਗਵਾ ਲਵੋ। ਧਾਰਮਿਕ ਸ਼ਬਦਾਵਲੀ ਵਿੱਚ ਲਾਲਚ ਨੂੰ ਲੋਭ ਕਿਹਾ ਜਾਂਦਾ ਹੈ। ਸੁਤੰਤਰਤਾ ਉਪਰੰਤ ਜਦੋਂ ਅਸੀਂ ਸੰਸਾਰ ਦੀ ਅਮੀਰੀ ਵੇਖੀ ਹੈ ਤਾਂ ਸਾਨੂੰ ਆਪਣੇ ਖਾਲੀ ਅਤੇ ਖੋਖਲੇ ਹੋਣ ਦਾ ਅਹਿਸਾਸ ਹੋਇਆ ਹੈ ਅਤੇ ਅਸੀਂ ਸਾਰੇ ਆਦਰਸ਼ ਭੁੱਲ ਕੇ ਰਾਜਸੀ ਆਗੂਆਂ ਅਤੇ ਵਪਾਰੀਆਂ ਵਾਂਗ ਖਾਲੀ ਤਿਜੋਰੀਆਂ ਭਰਨ ਲੱਗ ਪਏ ਹਾਂ। ਗੁਲਾਮ ਅਤੇ ਗਰੀਬ ਦੇਸ਼ ਜਦੋਂ ਆਜ਼ਾਦ ਹੁੰਦੇ ਹਨ ਤਾਂ ਬਦਲੀ ਹੋਈ ਸਥਿਤੀ ਵਿੱਚ ਹਰ ਕੋਈ ਲਾਲਚ ਦਾ ਸ਼ਿਕਾਰ ਹੋ ਜਾਂਦਾ ਹੈ। ਗਰੀਬ ਦੇਸ਼ਾਂ ਵਿੱਚ ਜਦੋਂ ਡਰ ਭੌ ਮੁੱਕ ਜਾਂਦਾ ਹੈ ਤਾਂ ਲਾਲਚ ਪ੍ਰਧਾਨ ਹੋ ਜਾਂਦਾ ਹੈ। ਗਰੀਬ ਦੇਸ਼ਾਂ ਵਿੱਚ ਅਮੀਰ ਬਣਨ ਦੀ ਕਾਹਲ ਹੁੰਦੀ ਹੈ। ਲਾਲਚੀ ਬੰਦੇ ਦੇ ਬਾਹਰ ਚਮਕ ਹੁੰਦੀ ਹੈ, ਪਰ ਅੰਦਰ ਹਨੇਰਾ ਹੀ ਹਨੇਰਾ ਹੁੰਦਾ ਹੈ। ਜੇ ਤੁਹਾਡੇ ਕੋਲ ਮਾਨਸਿਕ, ਬੌਧਿਕ ਅਤੇ ਸਮਾਜਿਕ ਵਿਕਾਸ ਦੀਆਂ ਵਿਉਂਤਾਂ ਹਨ ਤਾਂ ਉਹਨਾਂ ਲਈ ਪੈਸਾ ਇਕੱਤਰ ਕਰਨਾ ਲਾਲਚ ਨਹੀਂ ਅਖਵਾਉਂਦਾ। ਪਰ ਜੇ ਵਿਕਾਸ ਦੀ ਕੋਈ ਵਿਉਂਤ ਨਹੀਂ ਅਤੇ ਹੋਰਾਂ ਤੋਂ ਖੋਹਣ ਦੀ ਲਾਲਸ ਹੈ ਤਾਂ ਨਿਘਾਰ ਹੀ ਵਾਪਰੇਗਾ। ਲਾਲਚੀ ਲੋਕ ਹੋਰ ਅਮੀਰ ਹੋਣ ਦੀ ਆਰੰਭੀ ਦੌੜ ਨੂੰ ਛੱਡ ਨਹੀਂ ਸਕਦੇ, ਪਰ ਜ਼ਿੰਦਗੀ ਇਤਨਾ ਵਕਤ ਨਹੀਂ ਦਿੰਦੀ ਕਿ ਉਹ ਦੌੜ ਪੂਰੀ ਕਰ ਲੈਣ। ਇਵੇਂ ਯੋਗ ਅਯੋਗ ਢੰਗ ਨਾਲ ਆਪਣੀ ਲੋੜ ਅਤੇ ਹਿੱਸੇ ਤੋਂ ਵੱਧ ਲੈਣ ਦਾ ਯਤਨ ਕਰਨਾ ਲਾਲਚ ਅਖਵਾਉਂਦਾ ਹੈ। ਲਾਲਚ ਕਦੇ ਬੁੱਢਾ ਨਹੀਂ ਹੁੰਦਾ, ਲਾਲਚ ਕਦੇ ਹਾਰ ਨਹੀਂ ਮੰਨਦਾ। ਅਨੇਕਾਂ ਹਨ ਜਿਹੜੇ ਲਾਲਚ ਵੱਸ ਬੜਾ ਪੈਸਾ ਜੋੜਦੇ ਹਨ ਅਤੇ ਪੈਸੇ ਦੇ ਹੱਥੋਂ ਹੀ ਬਰਬਾਦ ਹੁੰਦੇ ਹਨ। ਇਹਨਾਂ ਨਾਲ ਹੱਸਣ ਵਾਲੇ ਘੱਟਦੇ ਜਾਂਦੇ ਹਨ ਅਤੇ ਇਹਨਾਂ ਉੱਤੇ ਹੱਸਣ ਵਾਲੇ ਵੱਧਦੇ ਜਾਂਦੇ ਹਨ। ਇਵੇਂ ਲਾਲਚ ਮਨੁੱਖ ਨੂੰ ਹਾਸੋਹੀਣਾ ਬਣਾ ਦਿੰਦਾ ਹੈ। ਮਨ ਤਾਂ ਹੀ ਸ਼ਾਂਤ ਰਹਿੰਦਾ ਹੈ ਜੇ ਇਸ 'ਤੇ ਅਕਲ ਦਾ ਰਾਜ ਹੋਵੇ। ਜਿੱਥੇ ਅਕਲ ਹੋਵੇਗੀ ਉੱਥੇ ਸੰਜਮ ਵੀ ਹੋਵੇਗਾ। ਲਾਲਚ ਵਾਂਗ ਹੀ ਕਾਮ, ਕ੍ਰੋਧ ਆਦਿ ਵੀ ਪਸ਼ੂ ਬਿਰਤੀਆਂ ਹਨ। ਇਹ ਬਿਰਤੀਆਂ ਨੇਕੀ ਬਦੀ ਤੋਂ ਮੁਕਤ ਹੁੰਦੀਆਂ ਹਨ। ਅਜੇ ਮਨੁੱਖਤਾ ਅਕਲ ਦੀ ਪਹਿਲੀ ਪੌੜੀ 'ਤੇ ਬੈਠੀ ਹੈ, ਜਿਸ ਕਾਰਨ ਮਨੁੱਖ ਵਿੱਚ ਇਨਸਾਨੀਅਤ ਘੱਟ ਅਤੇ ਪਸ਼ੂ ਬਿਰਤੀ ਵਧੇਰੇ ਹੈ। ਆਪਣੀ ਜ਼ਮੀਰ ਵੇਚ ਕੇ ਭਾਵੇਂ ਕੋਈ ਦੁਨੀਆ ਖਰੀਦ ਲਵੇ, ਉਸ ਨੂੰ ਕੁਝ ਨਹੀਂ ਮਿਲਦਾ। ਅਜੇ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ। ਇੱਕ ਹੱਦ ਉਪਰੰਤ ਧਨ ਦੀਆਂ ਸਿਫਰਾਂ ਹੀ ਵੱਧਦੀਆਂ ਹਨ। ਮਨੁੱਖ ਮਰਫੀ ਹੁੰਦਾ ਜਾਂਦਾ ਹੈ, ਸਿਫਰਾਂ ਜੁੜੀ ਜਾਂਦੀਆਂ ਹਨ ਅਤੇ ਚਿੰਤਾਵਾਂ ਵਧੀ ਜਾਂਦੀਆਂ ਹਨ। ਐਵੇਂ ਲਾਲਚ ਅਤੇ ਮਨੁੱਖ ਇੱਕ ਦੂਜੇ ਨੂੰ ਛੱਡਦੇ ਨਹੀਂ। ਲਾਲਚੀ ਮਨੁੱਖ ਦੀ ਹਰ ਦਲੀਲ ਉਸ ਦੇ ਲਾਲਚ ਦੀ ਗੁਲਾਮ ਹੁੰਦੀ ਹੈ। ਦੂਜਿਆਂ ਨੂੰ ਅੱਖੋਂ ਪਰੋਖੇ ਕਰਕੇ ਆਪਣਾ ਹਿੱਤ ਹੀ ਪਾਲਦੇ ਰਹਿੰਦੇ ਹਨ। ਪਾਲਦੇ ਰਹਿਣ ਨਾਲ ਦੋਸਤੀ ਕੋਈ ਨਹੀਂ ਉਪਜੇਗੀ, ਦੁਸ਼ਮਣੀਆਂ ਦਾ ਬੋਲਬਾਲਾ ਹੋਵੇਗਾ। ਲਾਲਚ ਇੱਕ ਸਰਵ ਵਿਆਪਕ ਵਰਤਾਰਾ ਹੈ। ਇਹ ਭਾਰੂ ਹੋ ਜਾਵੇ ਤਾਂ ਸੰਤ ਅਤੇ ਵਿਦਵਾਨ ਵੀ ਸਰਬੱਤ ਦੇ ਭਲੇ ਵਾਲੇ ਫੈਸਲੇ ਨਹੀਂ ਕਰ ਸਕਦੇ। ਜਦੋਂ ਤੱਕ ਧਰਮ ਜੀਵਨ ਦੀ ਕੇਂਦਰੀ ਸ਼ਕਤੀ ਰਿਹਾ ਹੈ, ਸਮਾਜ ਬਹੁਤ ਹੱਦ ਤੱਕ ਲਾਲਚ ਤੋਂ ਮੁਕਤ ਰਿਹਾ ਹੈ। ਪਰ ਜੀਵਨ ਦੀ ਪੂੰਜੀਵਾਦੀ ਪ੍ਰਣਾਲੀ ਕਾਰਨ ਮਨੁੱਖ ਅੰਦਰਲੀਆਂ ਅਤ੍ਰਿਪਤੀਆਂ ਕਾਰਨ ਲਾਲਚੀ ਹੋ ਗਿਆ ਹੈ। ਲਾਲਚ ਕਾਰਨ ਸਮਾਜ ਵਿੱਚ ਅਸ਼ਾਂਤੀ ਫੈਲਦੀ ਹੈ ਅਤੇ ਝਗੜੇ ਉਪਜਦੇ ਹਨ। ਸਾਡੇ ਦੇਸ਼ ਵਿੱਚ ਦਾਜ ਦਾ ਲਾਲਚ ਸਾਡੀ ਇੱਕ ਵੱਡੀ ਸਮੱਸਿਆ ਹੈ। ਲਾਲਚ ਕਈ ਪੱਖਾਂ ਤੋਂ ਲਾਭਕਾਰੀ ਵੀ ਹੁੰਦਾ ਹੈ। ਵਾਸਤਵ ਵਿੱਚ ਸੰਸਾਰ ਨੂੰ ਲਾਲਚ ਹੀ ਚਲਾਉਂਦਾ ਹੈ। ਜੇ ਸੰਸਾਰ ਦੇ ਸਾਰੇ ਲੋਕ ਸੰਤੁਸ਼ਟ ਹੋ ਜਾਣ ਤਾਂ ਕੋਈ ਵਿਕਾਸ ਨਹੀਂ ਵਾਪਰੇਗਾ। ਸੰਸਾਰ ਰੁਕ ਜਾਵੇਗਾ। ਮਨੁੱਖ ਕੋਲ ਜੇ ਲੋੜੀਂਦੇ ਜੀਵਨ ਸਾਧਨ ਹੋਣ ਤਾਂ ਵੀ ਵਸਤਾਂ ਦੀ ਵੰਨ ਸੁਵੰਨਤਾ ਨੂੰ ਵੇਖ ਕੇ ਮਨੁੱਖ ਵਿੱਚ ਪਹਿਲਾਂ ਆਪਣੀ ਫਿਰ ਪਰਿਵਾਰਕ, ਸਮਾਜਿਕ, ਆਰਥਿਕ ਹਾਲਤ ਸੁਧਾਰਨ ਦੀ ਇੱਛਾ ਉਪਜਦੀ ਹੈ, ਜਿਸ ਕਾਰਨ ਮਨੁੱਖ ਮਿਹਨਤੀ ਬਣਦਾ ਹੈ। ਇਵੇਂ ਬਾਜ਼ਾਰ ਦੀ ਰੌਣਕ ਉਸ ਦੀ ਕਾਰਜ ਕੁਸ਼ਲਤਾ ਸੁਧਾਰਦੀ ਹੈ, ਉਸ ਦੀ ਖਰੀਦ ਸ਼ਕਤੀ ਵੱਧਦੀ ਹੈ, ਉਸ ਦਾ ਜੀਵਨ ਪੱਧਰ ਸੁਧਰਦਾ ਹੈ ਅਤੇ ਸੁੱਖ ਸਹੂਲਤਾਂ ਵਿੱਚ ਵਾਧਾ ਹੁੰਦਾ ਹੈ ਅਤੇ ਇਹਨਾਂ ਸਭ ਨਾਲ ਜੀਵਨ ਦੀ ਤਸੱਲੀ ਵੱਧਦੀ ਹੈ। ਇਹ ਵੀ ਲਾਲਚ, ਪਰ ਇਹ ਉਸਾਰੂ ਲਾਲਚ ਹੈ, ਕਿਉਂਕਿ ਇਵੇਂ ਮਨੁੱਖ ਆਪਣਾ ਜੀਵਨ ਪੱਧਰ ਹੀ ਨਹੀਂ, ਆਪਣੇ ਸਮਾਜ ਨੂੰ ਖੁਸ਼ਹਾਲ ਬਣਾ ਕੇ ਦੇਸ਼ ਦੀ ਆਰਥਿਕ ਸਥਿਤੀ ਵੀ ਸੁਧਾਰਦਾ ਹੈ। ਵਿਕਾਸ ਨਾਲ ਜੁੜਿਆ ਲਾਲਚ ਉਸਾਰੂ ਹੁੰਦਾ ਹੈ, ਜਿਸ ਦੀ ਹਰ ਕਿਸੇ ਨੂੰ ਲੋੜ ਹੁੰਦੀ ਹੈ। ਪਰ ਦੁਖਾਂਤ ਇਹ ਹੈ ਕਿ ਜਦੋਂ ਮਨੁੱਖ ਦੀਆਂ ਵਾਜਬ ਲੋੜਾਂ ਪੂਰੀਆਂ ਹੋ ਜਾਣ ਤਾਂ ਭਾਂਤ ਭਾਂਤ ਦੀਆਂ ਇੱਛਾਵਾਂ ਜਾਗ ਪੈਂਦੀਆਂ ਹਨ।
ਲੋੜਾਂ ਮਹਿੰਗੀਆਂ ਨਹੀਂ ਹੁੰਦੀਆਂ, ਲੋੜਾਂ ਨਾਲ ਬਹਿਸ ਸੰਭਵ ਨਹੀਂ ਹੁੰਦੀ। ਲੋੜਾਂ ਮੁੱਖ ਤੌਰ 'ਤੇ 3 ਪ੍ਰਕਾਰ ਦੀਆਂ ਹੁੰਦੀਆਂ ਹਨ: ਜਿਉਂਦੇ ਰਹਿਣ ਦੀਆਂ ਲੋੜਾਂ, ਸੁਰੱਖਿਆ ਦੀਆਂ ਲੋੜਾਂ ਅਤੇ ਸਮਾਜਿਕ ਲੋੜਾਂ। ਗਰੀਬ ਆਦਮੀ ਦੀਆਂ ਲੋੜਾਂ ਹੀ ਹੁੰਦੀਆਂ ਹਨ, ਉਸ ਦਾ ਲਾਲਚ ਵੀ ਉਸ ਦੀਆਂ ਲੋੜਾਂ ਨਾਲ ਸੰਬੰਧਿਤ ਹੁੰਦਾ ਹੈ। ਧਰਤੀ ਕੋਲ ਸੰਸਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਅਥਾਹ ਵਸੀਲੇ ਹਨ, ਪਰ ਮਨੁੱਖਾਂ ਦੀਆਂ ਇੱਛਾਵਾਂ ਦੇ ਲਾਲਚ ਨੂੰ ਪੂਰੇ ਕਰਨ ਦੇ ਸਾਧਨ ਨਹੀਂ। ਲਾਲਚ ਦਾ ਆਰੰਭ ਇੱਛਾਵਾਂ ਨਾਲ ਹੁੰਦਾ ਹੈ। ਇੱਛਾਵਾਂ ਮਹਿੰਗੀਆਂ ਹੁੰਦੀਆਂ ਹਨ। ਮਨੁੱਖ ਦਾ ਲਾਲਚ ਇੱਛਾਵਾਂ ਦੀ ਪੂਰਤੀ ਨਾਲ ਸੰਬੰਧਿਤ ਹੁੰਦਾ ਹੈ। ਅਸੀਂ ਹੋਰਾਂ ਨਾਲ ਲੋੜਾਂ ਦੇ ਪੱਖੋਂ ਨਹੀਂ, ਇੱਛਾਵਾਂ ਦੇ ਪੱਖੋਂ ਮੁਕਾਬਲਾ ਕਰਦੇ ਹਾਂ। ਵਾਸਤਵ ਵਿੱਚ ਜਿਨ੍ਹਾਂ ਨੂੰ ਅਸੀਂ ਨਫ਼ਰਤ ਕਰਦੇ ਹਾਂ, ਉਹਨਾਂ ਨਾਲ ਹੀ ਅਸੀਂ ਮੁਕਾਬਲਾ ਕਰਦੇ ਹਾਂ ਅਤੇ ਉਹਨਾਂ ਨਾਲੋਂ ਵਧੇਰੇ ਅਮੀਰ ਹੋਣ ਦੀ ਇੱਛਾ ਕਾਰਨ ਅਸੀਂ ਲਾਲਚ ਦਾ ਸ਼ਿਕਾਰ ਹੋ ਜਾਂਦੇ ਹਾਂ। ਬੇਮੁਹਾਰ ਲਾਲਚੀ ਮਨੁੱਖ ਰੋਗੀ ਹੁੰਦਾ ਹੈ। ਇਵੇਂ ਲਾਲਚ ਇੱਕ ਰੋਗ ਦਾ ਨਾਂ ਹੈ ਅਤੇ ਲਾਲਚੀ ਵਿਅਕਤੀ ਰੋਗੀ ਵਾਂਗ ਵਿਹਾਰ ਕਰਦਾ ਹੈ। ਅਜੋਕੇ ਸੰਸਾਰ ਦਾ ਲਗਭਗ ਹਰੇਕ ਵਿਅਕਤੀ ਕਿਸੇ ਨਾ ਕਿਸੇ ਲਾਲਚ ਦੀ ਪਕੜ ਵਿੱਚ ਹੈ। ਜਿਵੇਂ ਵਪਾਰੀ ਨੂੰ ਵਧੇਰੇ ਗਾਹਕਾਂ ਅਤੇ ਵਧੇਰੇ ਮੁਨਾਫੇ ਦਾ ਲਾਲਚ ਹੁੰਦਾ ਹੈ, ਉਵੇਂ ਹੀ ਡਾਕਟਰ ਨੂੰ ਮਰੀਜ਼ਾਂ ਦਾ, ਸੰਤ ਨੂੰ ਸ਼ਰਧਾਲੂਆਂ ਦਾ, ਆਗੂ ਨੂੰ ਵੋਟਾਂ ਦਾ ਲਾਲਚ ਹੁੰਦਾ ਹੈ। ਇਸਤਰੀ ਨੂੰ ਸੁੰਦਰਤਾ ਦਾ, ਵਿਦਵਾਨ ਨੂੰ ਗਿਆਨ ਦਾ ਲਾਲਚ ਹੁੰਦਾ ਹੈ। ਸਭ ਤੋਂ ਮੁੱਢਲਾ ਲਾਲਚ ਭੋਜਨ ਦਾ ਹੁੰਦਾ ਹੈ। ਕਈ ਸਾਰਾ ਜੀਵਨ ਇਸ ਲਾਲਚ ਦੀ ਕੈਦ ਭੁਗਤਦੇ ਹਨ ਅਤੇ ਸੰਸਾਰ ਤੋਂ ਜਲਦੀ ਵਿਦਾ ਹੋ ਜਾਂਦੇ ਹਨ। ਜੇ ਭੋਜਨ ਦਾ ਲਾਲਚ ਪੂਰਾ ਹੋ ਜਾਵੇ ਤਾਂ ਕਾਮ ਦਾ ਲਾਲਚ ਜਾਗ ਪੈਂਦਾ ਹੈ। ਮਨੁੱਖ ਸਮਝਦਾ ਹੈ ਉਹ ਇਸਤਰੀਆਂ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ, ਪਰ ਉਹ ਬਦਨਾਮ ਰਿਹਾ ਹੁੰਦਾ ਹੈ। ਜੇ ਭੋਜਨ ਅਤੇ ਕਾਮ ਦੇ ਲਾਲਚ ਪੂਰੇ ਹੋ ਜਾਣ ਤਾਂ ਪੈਸੇ ਦਾ ਲਾਲਚ ਜਾਗ ਪੈਂਦਾ ਹੈ, ਜਿਹੜਾ ਸ਼ਾਂਤ ਹੁੰਦਾ ਹੀ ਨਹੀਂ ਅਤੇ ਇਹ ਗਹਿਣਿਆਂ ਅਤੇ ਜਾਇਦਾਦਾਂ ਦੇ ਰੂਪ ਵਿੱਚ ਵੱਧਦਾ ਹੀ ਜਾਂਦਾ ਹੈ। ਇਸ ਉਪਰੰਤ ਮਨੁੱਖ ਵਿੱਚ ਪਤਵੰਤਾ ਬਣਨ ਦਾ ਲਾਲਚ ਜਾਗਦਾ ਹੈ। ਜਦੋਂ ਉਹ ਪੈਸੇ ਦੇ ਜ਼ੋਰ ਨਾਲ ਪਤਵੰਤਾ ਵੀ ਬਣ ਜਾਂਦਾ ਹੈ ਤਾਂ ਉਸ ਵਿੱਚ ਅਹੁਦੇ ਅਤੇ ਹਕੂਮਤ ਦਾ ਲਾਲਚ ਉਜਾਗਰ ਹੋ ਜਾਂਦਾ ਹੈ। ਜਦੋਂ ਇਹ ਵੀ ਪੂਰਾ ਹੋ ਜਾਵੇ ਤਾਂ ਜਨਮਾਂ ਜਨਮਾਂਤਰਾਂ ਦੀਆਂ ਛੁਪੀਆਂ ਹੋਈਆਂ ਅਤ੍ਰਿਪਤ ਭੁੱਖਾਂ ਜਾਗ ਪੈਂਦੀਆਂ ਹਨ, ਜਿਨ੍ਹਾਂ ਕਾਰਨ ਉਸ ਵਿੱਚ ਮਨਮਾਨੀ ਕਰਨ ਦਾ ਲਾਲਚ ਪੈਦਾ ਹੁੰਦਾ ਹੈ। ਇਸ ਪੜਾਅ 'ਤੇ ਲਾਲਚੀ ਵਿਅਕਤੀ ਦਾ ਖੋਖਲਾਪਣ ਅਤੇ ਨੀਵਾਂਪਣ ਪ੍ਰਗਟ ਹੋਣ ਲੱਗ ਪੈਂਦਾ ਹੈ। ਲਾਲਚ ਦੀਆਂ ਵੰਨਗੀਆਂ ਦਾ ਕੋਈ ਅੰਤ ਨਹੀਂ। ਵਾਸਤਵ ਵਿੱਚ ਜਿਸ ਵਿਹਾਰ ਉੱਤੇ ਮਨੁੱਖ ਦਾ ਨਿਯੰਤਰਣ ਨਹੀਂ, ਉਹ ਲਾਲਚ ਕਹਾਉਂਦਾ ਹੈ। ਕਈਆਂ ਨੂੰ ਫੋਟੋਆਂ ਖਿਚਵਾਉਣ, ਹਾਰ ਪਵਾਉਣ, ਸਨਮਾਨ ਕਰਵਾਉਣ, ਖਬਰਾਂ ਲਵਾਉਣ, ਸ਼ਰਧਾਂਜਲੀਆਂ ਦੇਣ, ਪ੍ਰਧਾਨਗੀਆਂ ਕਰਨ ਦਾ ਲਾਲਚ ਹੁੰਦਾ ਹੈ। ਇਸਤਰੀ ਵਿੱਚ 40 ਦੀ ਹੋ ਕੇ 30 ਦੀ ਲੱਗਣ ਦਾ ਲਾਲਚ ਹੁੰਦਾ ਹੈ। ਕਈ ਲਾਲਚ ਉਮਰ ਅਨੁਸਾਰ ਹੁੰਦੇ ਹਨ, ਜਿਵੇਂ ਬੱਚੇ ਨੂੰ ਖਾਣ ਖੇਡਣ ਦਾ, ਜਵਾਨ ਨੂੰ ਸੱਜਣ ਫੱਬਣ ਦਾ ਅਤੇ ਕਈ ਲੜਕੀਆਂ ਨੂੰ ਇੱਕੋ ਵੇਲੇ ਕਈਆਂ ਨੂੰ ਪਿਆਰ ਕਰਨ ਦਾ। ਅਧਖੜ ਨੂੰ ਜਵਾਨ ਲੱਗਣ ਅਤੇ ਰੁਤਬੇ ਦਾ, ਬਜ਼ੁਰਗ ਨੂੰ ਚੰਗੀ ਸਿਹਤ ਅਤੇ ਜਾਇਦਾਦ ਦਾ ਲਾਲਚ ਹੁੰਦਾ ਹੈ। ਜਦੋਂ ਮਨੁੱਖ ਬਚਪਨ ਦਾ ਭੋਲਾਪਣ, ਸੁਭਾਵਿਕਤਾ, ਹੈਰਾਨ ਹੋਣ ਦੀ ਯੋਗਤਾ ਅਤੇ ਸੁੰਦਰਤਾ ਦੀ ਪ੍ਰਸ਼ੰਸਾ ਕਰਨ ਦੀ ਸਮਰੱਥਾ ਗੁਆ ਲੈਂਦਾ ਹੈ ਤਾਂ ਉਹ ਸੰਤੁਸ਼ਟ ਕਰਨ ਵਾਲੀਆਂ ਤਸੱਲੀਆਂ ਨੂੰ ਤਿਆਗ ਕੇ ਲਾਲਚ ਦੇ ਸੰਸਾਰ ਵਿੱਚ ਪ੍ਰਵੇਸ਼ ਕਰਦਾ ਹੈ। ਲਾਲਚ ਤੋਂ ਮੁਕਤ ਵਿਹਾਰ ਸੁਭਾਵਿਕ ਹੁੰਦਾ ਹੈ। ਜਿਵੇਂ ਇੱਕ ਬੱਚੇ ਨੂੰ ਜਦੋਂ ਖਾਣ ਲਈ ਕੁਲਫੀ ਮਿਲੀ ਤਾਂ ਉਸਨੇ ਕਿਹਾ ਕਿ ਉਹ ਘਰ ਜਾ ਕੇ ਆਪਣੇ ਛੋਟੇ ਭਰਾ ਨਾਲ ਖਾਵੇਗਾ। ਉਸ ਨੂੰ ਜਦੋਂ ਦੱਸਿਆ ਗਿਆ ਕਿ ਕੁਲਫੀ ਪਿਘਲ ਜਾਵੇਗੀ ਤਾਂ ਉਸਨੇ ਕਿਹਾ, ਤੁਸੀਂ ਕੁਲਫੀ ਫੜ ਕੇ ਰੱਖੋ, ਮੈਂ ਦੌੜ ਕੇ ਆਪਣਾ ਭਰਾ ਨੂੰ ਬੁਲਾ ਲਿਆਵਾਂ। ਜਦੋਂ ਉਸ ਨੂੰ ਨਾ ਜਾਣ ਦਿੱਤਾ ਗਿਆ, ਉਹ ਤਾਂ ਹੀ ਕੁਲਫੀ ਖਾਣ ਲਈ ਮੰਨਿਆ, ਪਰ ਇੱਛਾ ਉਸ ਦੀ ਭਰਾ ਨਾਲ ਰਲ ਕੇ ਕੁਲਫੀ ਖਾਣ ਦੀ ਸੀ। ਇਸਤਰੀਆਂ ਘੱਟ ਲਾਲਚੀ ਹੁੰਦੀਆਂ ਹਨ। ਉਹ ਹਰ ਚੀਜ਼ ਵਾਂਗ ਅੰਬ ਵੰਡ ਕੇ ਖਾਣਗੀਆਂ, ਪਰ ਪੁਰਸ਼ ਸਬੂਤਾ ਅੰਬ ਖਾਣਾ ਚਾਹੁੰਦੇ ਹਨ। ਭਾਵੇਂ ਇਸਤਰੀ ਅਕਸਰ ਘੱਟ ਲਾਲਚੀ ਹੁੰਦੀ ਹੈ, ਪਰ ਜਿਹੜੀ ਹੁੰਦੀ ਹੈ ਉਹ ਬੜੀ ਲਾਲਚੀ ਹੁੰਦੀ ਹੈ ਅਤੇ ਸਾਰੀਆਂ ਹੱਦਾਂ ਟੱਪ ਜਾਂਦੀ ਹੈ। ਪੁਰਸ਼ਾਂ ਦੇ ਉਲਟ ਇਸਤਰੀਆਂ ਵਿੱਚ ਲਾਲਚ ਘੱਟ ਪਰ ਸੁਹਿਰਦਤਾ ਵਧੇਰੇ ਹੁੰਦੀ ਹੈ। ਕਾਲਜ ਵਿੱਚ ਇੱਕ 3 ਟੰਗੀ ਰੇਸ ਵਿੱਚ ਇੱਕ ਮਧਰੀ ਲੜਕੀ ਨੇ ਆਪਣੀ ਲੰਮੀ ਸਹੇਲੀ ਨੂੰ ਆਪਣੀ ਸਾਥਣ ਬਣਾਇਆ। ਮਾਂ ਨੇ ਕਿਹਾ, ਜੇ ਰੇਸ ਜਿੱਤਣੀ ਹੈ ਤਾਂ ਕਿਸੇ ਆਪਣੇ ਵਰਗੀ ਨੂੰ ਸਾਥਣ ਬਣਾ, ਪਰ ਧੀ ਨੇ ਕਿਹਾ, ਕਿਉਂ? ਦੌੜ ਜਿੱਤਣ ਵਾਸਤੇ ਮੈਂ ਆਪਣੀ ਸਹੇਲੀ ਬਦਲ ਲਵਾਂ। ਅਪੰਗ ਵਿਅਕਤੀਆਂ ਵਿੱਚ ਲਾਲਚ ਘੱਟ ਹੁੰਦਾ ਹੈ ਅਤੇ ਅਪੰਗਤਾ ਦੇ ਬਾਵਜੂਦ ਉਹ ਵਧੇਰੇ ਸਹਿਯੋਗ ਅਤੇ ਕੁਰਬਾਨੀਆਂ ਦਿੰਦੇ ਹਨ। ਗਰੀਬ ਮਾਪਿਆਂ ਦਾ ਇੱਕ ਬੱਚਾ ਇੱਕ ਲੱਤ ਤੋਂ ਅਪੰਗ ਸੀ। ਮਾਪਿਆਂ ਲਈ ਉਸ ਦਾ ਧਿਆਨ ਰੱਖਣਾ ਮੁਸ਼ਕਲ ਸੀ। ਉਹ ਮਾਪਿਆਂ 'ਤੇ ਬੋਝ ਨਾ ਬਣਨ ਦੀ ਗੱਲ ਕਰਦਾ ਰਹਿੰਦਾ ਸੀ। ਇੱਕ ਦਿਨ ਬਿਨਾਂ ਦੱਸੇ ਉਹ ਗੱਡੀ ਚੜ੍ਹ ਗਿਆ। ਕੁਝ ਸਾਲ ਗੁਰਦੁਆਰਿਆਂ ਵਿੱਚ ਸੇਵਾ ਕਰਦਾ ਰਿਹਾ, ਫਿਰ ਆਪਣਾ ਕੰਮ ਕਰਨ ਲੱਗ ਪਿਆ ਅਤੇ ਮਾਪਿਆਂ ਦੀ ਮਦਦ ਕਰਦਾ ਰਿਹਾ। ਕਿਸੇ ਨੇ ਪੁੱਛਿਆ, ਤੈਨੂੰ ਘਰ ਛੱਡਣ ਦੀ ਹਿੰਮਤ ਕਿਵੇਂ ਪਈ? ਉਸਨੇ ਕਿਹਾ, ਹਿੰਮਤ ਹਰ ਕਿਸੇ ਵਿੱਚ ਹੁੰਦੀ ਹੈ, ਪਰ ਕਿਸੇ ਲਾਲਚ ਕਾਰਨ ਅਸੀਂ ਉਸ ਨੂੰ ਵਰਤਦੇ ਨਹੀਂ।
ਸ਼ਹਿਰੀ ਲੋਕ ਵਧੇਰੇ ਲਾਲਚੀ ਹੁੰਦੇ ਹਨ ਕਿਉਂਕਿ ਸ਼ਹਿਰਾਂ ਵਿੱਚ ਲਾਲਚ ਕਰਨ ਯੋਗ ਪੈਸਾ ਅਤੇ ਚੀਜ਼ਾਂ ਵਧੇਰੇ ਹੁੰਦੀਆਂ ਹਨ। ਜੇ ਲਾਲਚ ਦੇ ਸਾਰੇ ਰੰਗ ਵੇਖਣੇ ਹੋਣ ਤਾਂ ਰਾਜਧਾਨੀ ਵਿੱਚ ਜਾਓ। ਪੇਂਡੂ ਵੀ ਲਾਲਚੀ ਹੁੰਦੇ ਹਨ, ਪਰ ਉਹਨਾਂ ਦਾ ਲਾਲਚ ਇੱਕ ਦੋ ਚੀਜ਼ਾਂ ਤੱਕ ਹੀ ਹੁੰਦਾ ਹੈ। ਕਿਸਾਨ ਦਾ ਮੁੱਖ ਲਾਲਚ ਜ਼ਮੀਨ ਬਾਰੇ ਹੁੰਦਾ ਹੈ। ਇੱਕ ਕਿਸਾਨ ਨੇ ਕਿਹਾ ਸੀ, ਮੈਨੂੰ ਜ਼ਮੀਨ ਦਾ ਲਾਲਚ ਕੋਈ ਨਹੀਂ, ਪਰ ਮੈਂ ਚਾਹੁੰਦਾ ਹਾਂ ਕਿ ਮੇਰੀ ਜ਼ਮੀਨ ਦੇ ਆਲੇ ਦੁਆਲੇ ਦੇ ਖੇਤ ਮੇਰੇ ਹੋ ਜਾਣ। ਜਿਹੜੇ ਲਾਲਚੀ ਹੁੰਦੇ ਹਨ ਉਹ ਕੰਜੂਸ ਵੀ ਹੁੰਦੇ ਹਨ। ਇੱਕ ਵਿਸ਼ਵ ਪ੍ਰਸਿੱਧ ਫਰਾਂਸੀਸੀ ਅਦਾਕਾਰਾ ਕਿਸੇ ਦੇ ਘਰ ਹੋਰ ਮਹਿਮਾਨਾਂ ਨਾਲ ਪ੍ਰੀਤੀ ਭੋਜ ਕਰ ਰਹੀ ਸੀ ਅਤੇ ਮੇਜ਼ 'ਤੇ ਪਏ ਚਾਂਦੀ ਦੇ ਫੁੱਲਦਾਨ ਨੂੰ ਲਲਚਾਈਆਂ ਨਜ਼ਰਾਂ ਨਾਲ ਵੇਖ ਕੇ ਪ੍ਰਸ਼ੰਸਾ ਕਰ ਰਹੀ ਸੀ। ਉਸ ਦੀ ਪ੍ਰਸਿੱਧੀ ਦਾ ਮਾਣ ਕਰਦਿਆਂ ਮੇਜ਼ਬਾਨ ਨੇ ਗੁਲਦਸਤੇ ਸਮੇਤ ਫੁੱਲਦਾਨ ਉਸ ਨੂੰ ਭੇਟ ਕਰ ਦਿੱਤਾ। ਫਿਰ ਉਸ ਅਦਾਕਾਰਾ ਨੇ ਕਿਹਾ ਕਿ ਉਹ ਜਿਸ ਟੈਕਸੀ 'ਤੇ ਆਈ ਸੀ ਉਹ ਤਾਂ ਜਾ ਚੁੱਕੀ ਸੀ। ਜੇ ਮੈਂ ਫੁੱਲਦਾਨ ਹੱਥ ਵਿੱਚ ਫੜ ਕੇ ਲੈ ਕੇ ਗਈ ਤਾਂ ਕੋਈ ਖੋਹ ਲਵੇਗਾ। ਸੋ ਮੇਜ਼ਬਾਨ ਨੇ ਕਿਹਾ, ਮੇਰੀ ਬੱਗੀ ਤੁਹਾਨੂੰ ਘਰ ਪਹੁੰਚਾ ਦੇਵੇਗੀ, ਪਰ ਨਾਲ ਹੀ ਵਿਅੰਗ ਨਾਲ ਕਿਹਾ ਕਿ ਘਰ ਪਹੁੰਚ ਕੇ ਇਤਨੀ ਮਿਹਰਬਾਨੀ ਜ਼ਰੂਰ ਕਰਨੀ ਕਿ ਮੇਰੀ ਬੱਗੀ ਵਾਪਸ ਭੇਜ ਦੇਣੀ। ਅਜਿਹੇ ਮਹਿਮਾਨ ਹਰ ਘਰ ਵਿੱਚ ਇੱਕ ਵਾਰੀ ਹੀ ਬੁਲਾਏ ਜਾਂਦੇ ਹਨ। ਇੱਕ ਪ੍ਰਸਿੱਧ ਸੰਗੀਤਕਾਰ ਆਪਣੀ ਕੰਜੂਸ ਲਾਲਚੀ ਬਿਰਤੀ ਕਾਰਨ ਜਿੱਥੇ ਜਾਂਦਾ ਸੀ ਉੱਥੇ ਮੱਲੋ ਮੱਲੀ ਕੋਈ ਚੀਜ਼ ਮੰਗ ਲੈਂਦਾ ਸੀ। ਇੱਕ ਵਾਰੀ ਸਾਜ਼ਾਂ ਦੀ ਦੁਕਾਨ ਵਿੱਚ ਉਸਨੇ ਸਾਹਮਣੇ ਲਟਕ ਰਹੀ ਇੱਕ ਪੁਰਾਣੀ ਵਾਇਲਨ ਵਿਖਾਉਣ ਲਈ ਕਿਹਾ। ਦੁਕਾਨਦਾਰ ਨੇ ਦੱਸਿਆ ਉਹ ਟੁੱਟੀ ਹੋਈ ਹੈ। ਦੁਬਾਰਾ ਮੰਗਣ ਉੱਤੇ ਦੁਕਾਨਦਾਰ ਨੇ ਉਹ ਮੁਫਤ ਹੀ ਦੇ ਦਿੱਤੀ, ਜਿਹੜੀ ਉਸ ਪ੍ਰਸਿੱਧ ਸੰਗੀਤਕਾਰ ਨੇ ਆਪਣੇ ਇੱਕ ਅਮੀਰ ਪ੍ਰਸ਼ੰਸਕ ਨੂੰ ਇਹ ਕਹਿ ਕੇ ਵੱਡੀ ਕੀਮਤ 'ਤੇ ਵੇਚੀ ਕਿ ਬਚਪਨ ਵਿੱਚ ਮੈਂ ਇਸ ਨਾਲ ਸੰਗੀਤ ਸਿੱਖਿਆ ਕਰਦਾ ਸਾਂ। ਇਨਾਮਾਂ ਸਨਮਾਨਾਂ ਲਈ ਲਾਲਚ ਬੜੇ ਵੱਡੇ ਅਤੇ ਸਨਮਾਨਿਤ ਕਲਾਕਾਰਾਂ ਨੂੰ ਬੜੇ ਨੀਵੇਂ ਝੁਕਣ ਲਈ ਮਜਬੂਰ ਕਰ ਦਿੰਦਾ ਹੈ। ਟਿਊਸ਼ਨਾਂ ਪੜ੍ਹਾਉਣ ਵਾਲੇ ਲਾਲਚੀ ਹੋਣ ਕਾਰਨ ਸਤਿਕਾਰਯੋਗ ਅਤੇ ਪ੍ਰੇਰਨਾ ਦੇਣ ਵਾਲੇ ਯਾਦਗਾਰੀ ਅਧਿਆਪਕ ਨਹੀਂ ਬਣਦੇ। ਚੰਗੇ ਕਾਮੇ, ਚੰਗੇ ਅਧਿਆਪਕ, ਚੰਗੇ ਆਗੂ ਲਾਲਚ ਤੋਂ ਮੁਕਤ ਹੁੰਦੇ ਹਨ। ਵਧੇਰੇ ਪੂਜਾ ਪਾਠ ਅਤੇ ਦਾਨ ਪੁੰਨ ਵੀ ਲਾਲਚ ਤੋਂ ਪ੍ਰੇਰਿਤ ਹੁੰਦਾ ਹੈ, ਕਿਉਂਕਿ ਇਸ ਦਾ ਅਸਲ ਕਾਰਨ ਅਸੁਰੱਖਿਆ ਦੀ ਭਾਵਨਾ ਹੁੰਦੀ ਹੈ। ਵਾਸਤਵ ਵਿੱਚ ਅਸੁਰੱਖਿਆ ਦੀ ਭਾਵਨਾ ਹੀ ਲਾਲਚ ਉਪਜਾਉਂਦੀ ਹੈ। ਜਦੋਂ ਤੁਸੀਂ ਸੁਰੱਖਿਅਤ ਮਹਿਸੂਸ ਕਰੋਗੇ ਉਸ ਵੇਲੇ ਤੁਹਾਡੇ ਵਿੱਚ ਕੋਈ ਲਾਲਚ ਜਾਂ ਇੱਛਾ ਨਹੀਂ ਹੋਵੇਗੀ। ਲਾਲਚ ਇੱਛਾ ਤੋਂ ਮੁਕਤ ਹੋਣ ਕਾਰਨ ਹੀ ਤੁਸੀਂ ਪ੍ਰਸੰਨ ਹੋਵੋਗੇ ਅਤੇ ਪ੍ਰਸੰਨ ਹੋਣ ਕਾਰਨ ਹੀ ਇੱਛਾ ਲਾਲਚ ਤੋਂ ਮੁਕਤ ਹੋਵੇਗੀ। ਲਾਲਚ ਦੇ ਅਨੇਕਾਂ ਰੂਪ ਹਨ ਅਤੇ ਅਣਗਿਣਤ ਨਵੇਂ ਰੂਪ ਘੜੇ ਜਾ ਰਹੇ ਹਨ। ਕਈ ਸਮਾਗਮ ਤੋਹਫੇ ਲੈਣ ਅਤੇ ਸ਼ਗਨ ਉਗਰਾਹੁਣ ਲਈ ਹੀ ਕੀਤੇ ਜਾਂਦੇ ਹਨ। ਜਿਵੇਂ ਵਧੇਰੇ ਪਕਵਾਨ ਵੇਖ ਕੇ ਅਸੀਂ ਆਪਣੀ ਭੁੱਖ ਵਧਾ ਲੈਂਦੇ ਹਾਂ, ਉਵੇਂ ਹੀ ਲਾਲਚੀ ਵਾਤਾਵਰਨ ਵਿੱਚ ਅਸੀਂ ਵੀ ਆਪਣਾ ਛੁਪਿਆ ਲਾਲਚ ਜਗਾ ਲੈਂਦੇ ਹਾਂ। ਪੁਰਸ਼ ਆਪਣਾ ਲਾਲਚ ਲੁਕਾਉਂਦੇ ਨਹੀਂ, ਪਰ ਇਸਤਰੀਆਂ ਵਿੱਚ ਆਪਣਾ ਲਾਲਚ ਲੁਕਾਉਣ ਦੀ ਯੋਗਤਾ ਵਧੇਰੇ ਹੁੰਦੀ ਹੈ। 3 ਧੀਆਂ ਦੇ ਵਿਆਹ ਉਪਰੰਤ ਪੁੱਤਰ ਦੇ ਵਿਆਹ ਵੇਲੇ ਇੱਕ ਇਸਤਰੀ ਵਿੱਚ ਸਾਰੇ ਛੁਪੇ ਹੋਏ ਲਾਲਚ ਉਪਜਣੇ ਸੁਭਾਵਿਕ ਹੁੰਦੇ ਹਨ। ਸਮਾਜ ਵਿੱਚ ਭ੍ਰਿਸ਼ਟਾਚਾਰ ਦਾ ਮੁੱਖ ਕਾਰਨ ਵੀ ਲਾਲਚ ਹੈ। ਭ੍ਰਿਸ਼ਟਾਚਾਰ ਅਤੇ ਲਾਲਚ ਅਕਸਰ ਸੰਤਾਨ ਮੋਹ ਕਾਰਨ ਵੱਧਦਾ ਹੈ। ਵਾਤਾਵਰਨਕ ਵਿਗਾੜ ਅਤੇ ਪ੍ਰਦੂਸ਼ਣ ਦਾ ਕਾਰਨ ਵੀ ਮਨੁੱਖ ਦੀ ਲਾਲਚੀ ਬਿਰਤੀ ਹੈ। ਭਰੂਣ ਹੱਤਿਆ ਵੀ ਜੁੜਦੀ ਅੰਤ ਵਿੱਚ ਲਾਲਚ ਨਾਲ ਜੁੜ ਜਾਂਦੀ ਹੈ। ਆਪਣਾ ਮਕਾਨ ਕਿਤਨਾ ਵੀ ਵੱਡਾ ਹੋਵੇ, ਮਨੁੱਖ ਅਕਸਰ ਨਾਲ ਦੀ ਖਾਲੀ ਪਈ ਜ਼ਮੀਨ 'ਤੇ ਨਜਾਇਜ਼ ਕਬਜ਼ਾ ਜ਼ਰੂਰ ਕਰਦਾ ਹੈ। ਸਰਕਾਰੀ ਮਕਾਨਾਂ ਵਿੱਚ ਰਹਿਣ ਵਾਲੇ ਸਾਰੇ ਹੋਰ ਵੱਡੇ ਮਕਾਨ ਦਾ ਲਾਲਚ ਕਰਦੇ ਹਨ। ਹਰ ਘਰ ਵਿੱਚ ਇੱਕ ਹੋਰ ਕਮਰੇ ਦੀ ਲੋੜ ਨਹੀਂ ਹੁੰਦੀ, ਲਾਲਚ ਹੁੰਦਾ ਹੈ। ਸੁੰਦਰ ਇਸਤਰੀ ਕਿਸੇ ਵੱਲ ਧਿਆਨ ਨਹੀਂ ਦਿੰਦੀ, ਉਸ ਵਿੱਚ ਹੋਰਾਂ ਦਾ ਧਿਆਨ ਖਿੱਚਣ ਦਾ ਲਾਲਚ ਹੁੰਦਾ ਹੈ। ਜਿਨ੍ਹਾਂ ਚੀਜ਼ਾਂ ਦਾ ਅਸੀਂ ਲਾਲਚ ਕਰਦੇ ਹਾਂ ਉਹਨਾਂ ਦੀ ਸਾਨੂੰ ਲੋੜ ਨਹੀਂ ਹੁੰਦੀ। ਲੋੜੀਂਦੀਆਂ ਚੀਜ਼ਾਂ ਸਾਡੇ ਕੋਲ ਪਹਿਲਾਂ ਹੀ ਹੁੰਦੀਆਂ ਹਨ, ਪਰ ਤਸੱਲੀ ਨਹੀਂ ਹੁੰਦੀ। ਇਵੇਂ ਲਾਲਚ ਵਾਸਤਵ ਵਿੱਚ ਤਸੱਲੀ ਵਧਾਉਣ ਲਈ ਕੀਤਾ ਜਾਂਦਾ ਹੈ, ਪਰ ਤਸੱਲੀ ਨਹੀਂ ਵੱਧਦੀ, ਲਾਲਚ ਹੀ ਵੱਧਦਾ ਹੈ। ਮਹਾਨ ਵਿਅਕਤੀ ਲਾਲਚ ਤੋਂ ਮੁਕਤ ਹੋਣ ਕਾਰਨ ਹੀ ਸਾਡੀਆਂ ਉੱਚੀਆਂ ਭਾਵਨਾਵਾਂ ਨੂੰ ਮੁਖਾਤਬ ਹੁੰਦੇ ਹਨ। ਉਹਨਾਂ ਦੇ ਲਾਲਚ ਤੋਂ ਮੁਕਤ ਹੋਣ ਦਾ ਸਫਲ ਯਤਨ ਕੀਤਾ, ਇਸੇ ਲਈ ਉਹ ਮਹਾਨ ਬਣੇ। ਅਸੀਂ ਪੂਰਾ ਯਤਨ ਨਹੀਂ ਕਰਦੇ, ਇਸ ਲਈ ਅਸੀਂ ਸਧਾਰਨ ਹਾਂ। ਹੁਣ ਸਰਲ, ਸਾਦਾ, ਸੰਜਮੀ ਜੀਵਨ ਕਿਸੇ ਦਾ ਉਦੇਸ਼ ਨਹੀਂ ਰਿਹਾ। ਅਜਿਹਾ ਜੀਵਨ ਹੁਣ ਲਤੀਫਿਆਂ ਦਾ ਵਿਸ਼ਾ ਬਣ ਗਿਆ ਹੈ। ਇੱਕ ਭ੍ਰਿਸ਼ਟ ਵਿਅਕਤੀ ਨੇ ਆਪਣੇ ਇਮਾਨਦਾਰ ਭਰਾ ਬਾਰੇ ਕਿਸੇ ਨੂੰ ਕਿਹਾ, ਉਹਨਾਂ ਨੂੰ ਇਮਾਨਦਾਰੀ ਦਾ ਰੋਗ ਹੈ। ਅਜੋਕੇ ਸੰਸਾਰ ਵਿੱਚ ਸਭ ਪਾਸੇ ਲਾਲਚ ਅਤੇ ਮੁਕਾਬਲੇ ਦਾ ਬੋਲਬਾਲਾ ਹੈ। ਜੀਵਨ ਦੀਆਂ ਤਰਜੀਹਾਂ ਬਦਲ ਗਈਆਂ ਹਨ। ਲਾਲਚ ਬਾਰੇ ਚਰਚਾ ਅਕਸਰ ਉਪਦੇਸ਼ ਬਣ ਜਾਂਦੀ ਹੈ, ਪਰ ਸੁਣਦਾ ਕੋਈ ਨਹੀਂ। ਲਾਲਚ ਤੋਂ ਮੁਕਤ ਵਿਅਕਤੀ ਹੀ ਹੋਰਾਂ ਦਾ ਧਿਆਨ ਰੱਖ ਸਕਦਾ ਹੈ। ਹੋਰਾਂ ਦਾ ਧਿਆਨ ਰੱਖਣ ਨਾਲ ਮਨੁੱਖ ਸਹਿਯੋਗੀ, ਸਖੀ ਅਤੇ ਦਿਆਲੂ ਕਹਾਉਂਦਾ ਹੈ। ਇੱਕ ਦਿਨ ਸੰਸਾਰ ਲਾਲਚ ਤੋਂ ਅੱਕ ਜਾਵੇਗਾ। ਯੂਰਪ ਦੇ ਕਈ ਦੇਸ਼ ਸਵਿਟਜ਼ਰਲੈਂਡ ਵਾਂਗ ਲਾਲਚ ਨੂੰ ਤਿਆਗ ਚੁੱਕੇ ਹਨ। ਨਿਊਜ਼ੀਲੈਂਡ ਸੰਸਾਰ ਦਾ ਸਭ ਤੋਂ ਵਧੇਰੇ ਇਮਾਨਦਾਰ ਦੇਸ਼ ਐਲਾਨਿਆ ਗਿਆ ਹੈ। ਸਵੀਡਨ ਅਤੇ ਨਾਰਵੇ ਲਾਲਚ ਤੋਂ ਮੁਕਤ ਹੋਣ ਕਾਰਨ ਬੜੇ ਸੁਰੱਖਿਅਤ ਦੇਸ਼ ਹਨ।
ਬੈਲਜੀਅਮ ਵਿੱਚ ਬਹੁਤੇ ਲੋਕ ਸਾਈਕਲ ਵਰਤਦੇ ਹਨ ਕਿਉਂਕਿ ਉਹ ਲਾਲਚ ਅਤੇ ਦਿਖਾਵੇ ਦੀ ਕੁਰੀਤੀ ਤੋਂ ਮੁਕਤ ਹਨ। ਸਹੀ ਅਰਥਾਂ ਵਿੱਚ ਸੰਸਾਰ ਉਦੋਂ ਸੱਭਿਅਕ ਅਤੇ ਖੁਸ਼ਹਾਲ ਬਣੇਗਾ ਜਦੋਂ ਕੁਝ ਮੰਗਣ ਲੈਣ ਨਾਲੋਂ ਸਭ ਕੁਝ ਦੇਣਾ ਬੜਾ ਸੁਖਾਲਾ ਅਤੇ ਆਨੰਦਮਈ ਹੋ ਜਾਵੇਗਾ। ਵਿਸ਼ਵਾਸ ਰੱਖੋ, ਇੱਕ ਦਿਨ ਅਜਿਹਾ ਜ਼ਰੂਰ ਹੋਵੇਗਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।